टीवी एनआरआई देख रहे सब दर्शकों का अज के इस स्पैशल शो के ਤੁਹਾਡਾ स्वागत है जी। कामयाबियां शो के ਅਸੀਂ ਉਹਨਾਂ महान इंसानों ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੌਮ ਦੇ ਲਈ ਆਪਣੇ ਦੇਸ਼ ਦੇ ਲਈ ਕੁਝ ਵੱਡੀਆਂ ਘਾਲਾਂ ਘਾਲੀਆਂ ਤੇ ਅੱਜ ਦੇ ਸਾਡੇ ਗੈਸਟ ਨੇ ਡਾਕਟਰ ਜਗਤਾਰ ਸਿੰਘ ਧਮਾਨ, ਪ੍ਰੋ ਵਾइस ਚਾਂਸਲਰ ਕਾਸ਼ੀ ਯੂਨੀਵਰਸਿਟੀ, ਗੁਰੂ ਕਾਸ਼ੀ ਯੂਨੀਵਰਸਿਟੀ ਸਾਬੋ ਤਲਵੰਡੀ ਕੇ ਤੋਂ। ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਪ੍ਰਦੀਪ ਬੈਂਸ ਜੀ, ਬਹੁਤ ਬਹੁਤ ਧੰਨਵਾਦ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਐਨਆਰਆਈ ਟੀਵੀ ਦੇ ਸਮੂਹ ਦਰਸ਼ਕਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਨੇ ਉਹਨਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਔਰ ਆਪਣੀ ਗੱਲ ਉਹਨਾਂ ਤੱਕ ਕਰਨ ਦਾ ਜਿਹੜਾ ਮੇਰਾ ਸੁਭਾਗ ਪ੍ਰਾਪਤ ਹੋਇਆ, ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ। ਔਰ ਮੈਨੂੰ ਉਮੀਦ ਹੈ ਕਿ ਅੱਜ ਆਪਾਂ ਬਹੁਤ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਔਰ ਆਪਣੇ ਦਰਸ਼ਕਾਂ ਦੇ ਰੂਬਰੂ ਹੋ ਕੇ ਜਿਹੜੇ ਚਲੰਤ ਮਸਲੇ ਹੈ ਜਾਂ ਮੇਰੇ ਬਾਰੇ ਜਾਂ ਚੈਨਲ ਦੇ ਬਾਰੇ ਜਾਂ ਕੈਨੇਡਾ ਔਰ ਹਿੰਦੁਸਤਾਨ ਦੇ ਆਪਸੀ ਜਿਹੜਾ ਰਿਲੇਸ਼ਨਸ਼ਿਪ ਹੈ ਉਹਦੇ ਬਾਰੇ ਜੋ ਗੱਲਬਾਤ ਕਰਾਂਗੇ ਉਹ ਬਹੁਤ ਸਾਰਥਕ ਸਿੱਧ ਹੋਏਗੀ। ਬਿਲਕੁਲ ਜੀ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਇਹ ਗੱਲ ਕਰਨੀ ਹੈ ਕਿ ਅੱਜ ਜੋ ਸਾਡਾ ਸਪੈਸ਼ਲ ਪ੍ਰੋਗਰਾਮ ਕਾਮਯਾਬੀਆਂ, ਇਹ ਬੇਸਡ ਹੈਗਾ ਤੁਹਾਡੀ ਲਾਈਫ ਦੇ ਉੱਤੇ। ਤੁਸੀਂ ਇੱਕ ਨੋਰਮਲ ਪਿੰਡ ਤੋਂ, ਜੇ ਦੇਖਿਆ ਜਾਵੇ ਆਪਣੇ ਕਰਤਾਰਪੁਰ ਸਾਹਿਬ ਤੁਹਾਡੀ ਬੈਕਗਰਾਊਂਡ ਹੈ, ਉੱਥੋਂ ਉੱਠ ਕੇ ਇੱਕ ਪ੍ਰੋ ਵਾइस ਚਾਂਸਲਰ ਤੱਕ ਪਹੁੰਚੇ, ਘਾਲਣਾ ਘਾਲੀਆਂ ਔਰ ਜਿਸ ਟਾਈਮ ਦੇ ਉੱਤੇ ਤੁਸੀਂ ਬੇਸਿਕਲੀ ਆਪਣੇ ਡਾਕਟਰੇਟ ਜਾਣੀ ਕਿ PhD ਕਰੀ ਤਾਂ ਹੋ ਸਕਦਾ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਕਿਸੇ ਕੋਈ ਪੂਰੇ ਜਲੰਧਰ ਡਿਸਟ੍ਰਿਕਟ 'ਚ ਵੀ ਕਿਸੇ ਨੇ ਨਾ ਕੀਤੀ ਹੋਵੇ। ਸੋ ਕਹਿਣ ਤੋਂ ਭਾਵ ਇਹ ਆ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਕਿੱਥੋਂ ਜ਼ਿੰਦਗੀ ਸਟਾਰਟ ਕੀਤੀ। ਬਿਲਕੁਲ। ਤੇ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਦੇ ਸਟਰਗਲ ਕੀ ਸੀ? ਪ੍ਰਦੀਪ ਜੀ, ਇਹ ਮੇਰੀ ਜਿਹੜੀ ਪਿਛੋਕੜ ਹੈ ਜੀ, ਉਹ ਇੱਕ ਆਮ ਪਰਿਵਾਰ ਤੋਂ ਹੋਇਆ ਹੈ। ਮੈਂ ਇੱਕ ਮਿਸਤਰੀ ਪਰਿਵਾਰ ਦੇ ਨਾਲ ਸੰਬੰਧਿਤ ਹਾਂ ਜੀ। ਔਰ ਸਾਡੇ ਪਿਤਾ ਜੀ ਇੱਕ ਲੱਕੜੀ ਦਾ ਕੰਮ ਕਰਦੇ ਸੀਗੇ ਔਰ ਸਾਡੇ ਘਰ ਦੇ ਵਿੱਚ ਬਹੁਤ ਹੀ ਇੱਕ ਸਾਦਾ ਮਾਹੌਲ ਸੀਗਾ ਔਰ ਕਰਤਾਰਪੁਰ ਜਿਹੜਾ ਜ਼ਿਲ੍ਹਾ ਜਲੰਧਰ, ਗੁਰੂਆਂ ਦੀ ਧਰਤੀ, ਉੱਥੇ ਮੇਰਾ ਜੰਮ ਪਲ ਹੋਇਆ ਔਰ ਉੱਥੇ ਹੀ ਮੁੱਢਲੀ ਜਿਹੜੀ ਵਿੱਦਿਆ ਹਾਸਲ ਕੀਤੀ DAV ਪ੍ਰਾਇਮਰੀ ਸਕੂਲ ਤੋਂ, ਪ੍ਰਾਇਮਰੀ ਔਰ DAV ਹਾਈ ਸਕੂਲ ਤੋਂ ਜਿਹੜੀ ਹੈ 10ਵੀਂ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਮੈਂ ਕੀਤੀ। ਉਸ ਵੇਲੇ ਘਰ ਦਾ ਮਾਹੌਲ ਇਸ ਤਰ੍ਹਾਂ ਸੀ ਕਿ ਬਹੁਤ ਸਾਦਗੀ ਦੇ ਨਾਲ ਜ਼ਿੰਦਗੀ ਬਤੀਤ ਕਰਦੇ ਸੀ ਔਰ ਘਰ ਵੱਲੋਂ ਇੱਕ ਪ੍ਰੇਰਨਾ ਮਿਲਦੀ ਸੀ ਕਿ ਤੁਸੀਂ ਪੜ੍ਹੋ, ਕਿਉਂਕਿ ਹੋ ਸਕਦਾ ਸਾਡੇ ਜਿਹੜੇ ਬਜ਼ੁਰਗ, ਸਾਡੇ ਜਿਹੜੇ ਪੇਰੈਂਟਸ ਹੈ, ਉਹਨਾਂ ਦੇ ਵਿੱਚ ਇੱਕ ਚਿੰਗ ਹੋਵੇ ਪੜ੍ਹਾਈ ਕਰਨ ਦੀ, ਉਹਨਾਂ ਨੂੰ ਮੌਕਾ ਨਾ ਮਿਲਿਆ ਹੋਵੇ। ਉਹਨਾਂ ਦੇ ਵਿੱਚ ਇਹ ਇੱਛਾ ਸੀ ਕਿ ਸਾਡੇ ਬੱਚੇ ਜਿਹੜੇ ਉਹ ਪੜ੍ਹਨ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਤੁਸੀਂ ਜਿੰਨਾ ਜੀ ਕਰਦਾ ਪੜ੍ਹੋ ਔਰ ਅੱਗੇ ਵਧੋ ਔਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋ। ਸ਼ਾਇਦ ਉਹੀ ਇੱਕ ਪ੍ਰੇਰਨਾ ਸੀ ਜਿਸ ਦੇ ਨਾਲ ਸਾਨੂੰ ਪੜ੍ਹਨ ਦਾ ਅਸੀਂ ਹਰ ਮੌਕਾ ਜਿਹੜਾ ਹੈ ਉਸ ਨੂੰ ਸੰਭਾਲਿਆ ਔਰ ਕੋਈ ਵੀ ਜਿਹੜਾ ਇਮਤਿਹਾਨ ਪਾਸ ਕੀਤਾ ਉਸ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਟੌਪ ਕਰਨ ਦੀ ਜਿਹੜੀ ਸਾਨੂੰ ਜਿਹੜੀ ਪਰਮਾਤਮਾ ਨੇ ਸ਼ਕਤੀ ਦਿੱਤੀ ਔਰ ਪ੍ਰਾਪਤੀ ਇਸ ਤਰ੍ਹਾਂ ਹੋਈ ਕਿ ਹਰ ਐਗਜ਼ਾਮ ਜਿਹੜਾ ਪਾਸ ਕੀਤਾ ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਕੀਤਾ ਔਰ ਅੱਗੇ ਅੱਗੇ ਵੱਧਦੇ ਗਏ। ਔਰ ਮੈਂ ਆਪਣੇ ਇਸ ਇਲਾਕੇ ਦੇ ਵਿੱਚੋਂ ਪਹਿਲਾ ਸਟੂਡੈਂਟ ਹੋਵਾਂਗਾ ਜਿਸ ਨੇ PhD ਤੱਕ ਪੜ੍ਹਾਈ ਕੀਤੀ। ਅੱਛਾ ਜੀ। ਔਰ ਕਰਤਾਰਪੁਰ ਤੋਂ DAV ਹਾਈ ਸਕੂਲ ਤੋਂ ਮੈਟ੍ਰਿਕ ਕਰਨ ਤੋਂ ਬਾਅਦ ਜਿਹੜਾ ਅੱਗੇ ਵਧਣ ਦੀ ਜਿਹੜੀ ਇੱਛਾ ਸੀ ਔਰ ਦੁਆਬਾ ਕਾਲਜ ਜਲੰਧਰ, ਉਸ ਵੇਲੇ ਉੱਥੇ ਮੈਂ DAV ਦੁਆਬਾ ਕਾਲਜ ਦੇ ਵੀ ਆਏ ਔਰ ਬਹੁਤ ਸਾਰੇ ਕਾਲਜਾਂ ਨੇ ਮੈਨੂੰ ਅਪਰੋਚ ਕੀਤਾ ਕਿਉਂਕਿ ਮੈਟ੍ਰਿਕ ਦੇ ਵਿੱਚ ਮੇਰੀ ਜਿਹੜੀ ਪ੍ਰਾਪਤੀ ਉਹ ਕਾਫੀ ਉਚੇਰੀ ਸੀਗੀ। ਹਰ ਕਾਲਜ ਚਾਹੁੰਦਾ ਸੀਗਾ ਕਿ ਇਸ ਨੂੰ ਅਸੀਂ ਐਡਮਿਸ਼ਨ ਦਈਏ। ਸਲਾਹ ਬਣੀ ਕਿ ਦੁਆਬਾ ਕਾਲਜ ਜਲੰਧਰ ਜਿਹੜਾ ਟਾਂਡਾ ਰੋਡ ਦੇ ਉੱਤੇ ਹੈ ਉਸ ਦੇ ਵਿੱਚ ਮੈਂ ਪ੍ਰੈਪ ਉਦੋਂ ਵੇਲੇ ਹੁੰਦੀ ਸੀਗੀ ਪ੍ਰੀ ਯੂਨੀਵਰਸਿਟੀ, ਉਹਦੇ ਵਿੱਚ ਮੈਂ ਦਾਖਲਾ ਲਿਆ ਔਰ ਫਿਰ ਪ੍ਰੀ ਮੈਡੀਕਲ ਕੀਤੀ। ਉਸ ਤੋਂ ਬਾਅਦ BSc ਮੈਡੀਕਲ ਕੀਤੀ ਔਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਟੌਪ ਕੀਤੀ ਸੀ BSc ਮੈਡੀਕਲ ਦੇ ਵਿੱਚ ਔਰ ਉੱਥੇ ਵੀ ਕਾਲਜ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਮਿਲਿਆ, ਹਰ ਤਰ੍ਹਾਂ ਦੀ ਫ੍ਰੀਸ਼ਿਪ। ਜੇ ਕਿਸੇ ਨੂੰ 4 ਕਿਤਾਬਾਂ ਮਿਲਦੀਆਂ ਲਾਇਬ੍ਰੇਰੀ 'ਚ ਤਾਂ ਅਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਸਕਦੇ ਸੀ, ਕੋਈ ਫੀਸ ਨਹੀਂ ਸੀ ਲੱਗਦੀ ਔਰ ਪੂਰੀ ਤਰ੍ਹਾਂ ਦੀ ਫੁੱਲ ਫ੍ਰੀਸ਼ਿਪ ਜਿਹੜੀ ਹੈ ਉਹ ਸਾਨੂੰ ਮਿਲੀ। ਕਾਲਜ ਤੋਂ ਬਾਅਦ ਮੈਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਆਇਆ, ਉੱਥੇ MSc ਪਲਾਂਟ ਪੈਥੋਲੋਜੀ ਦੇ ਵਿੱਚ ਦਾਖਲਾ ਲਿਆ। ਪਲਾਂਟ ਪੈਥੋਲੋਜੀ ਸਬਜੈਕਟ ਇਹ ਹੁੰਦਾ ਕਿ ਫਸਲਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾਵੇ, ਬਿਮਾਰੀਆਂ ਦੀ ਸਮਝ। ਔਰ ਉਸ ਤੋਂ ਬਾਅਦ ਜਿਹੜਾ ਅਸੀਂ ਪਲਾਂਟ ਪੈਥੋਲੋਜੀ ਦੀ MSc ਦੇ ਵਿੱਚ ਵੀ ਮੈਂ ਟੌਪ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਨਾਲ ਹੀ ਤੁਸੀਂ PhD ਕਰ ਲਓ। PhD ਪਲਾਂਟ ਪੈਥੋਲੋਜੀ ਦੇ ਵਿੱਚ ਮੈਂ ਦਾਖਲਾ ਲਿਆ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਔਰ 1982 ਦੇ ਵਿੱਚ ਉੱਥੋਂ PhD ਜਿਹੜੀ ਹੈ ਕੰਪਲੀਟ ਕੀਤੀ ਔਰ PhD ਦੇ ਵਿੱਚ ਵੀ ਮੈਂ 4 ਆਊਟ ਆਫ 4 ਜਿਹੜੀ ਓਵਰਆਲ ਗ੍ਰੇਡ ਪੁਆਇੰਟ ਐਵਰੇਜ ਸੀ ਉਹ ਪ੍ਰਾਪਤ ਕੀਤੀ ਔਰ ਟੌਪ ਕੀਤਾ। ਔਰ ਇਸ ਤੋਂ ਬਾਅਦ ਕਾਮਨਵੈਲਥ ਫੈਲੋਸ਼ਿਪ ਸੀ
ਜਿਹੜਾ ਕਿ ਬ੍ਰਿਟਿਸ਼ ਕੌਂਸਲ ਹੈ ਉਸ ਵੱਲੋਂ ਮਿਲਦਾ ਸੀ, ਤੇ ਮੈਂ ਉਹਦੇ ਵਿੱਚ ਸਿਲੈਕਟ ਹੋਇਆ ਨੈਸ਼ਨਲ ਲੈਵਲ ਦੇ ਉੱਤੇ। ਉਹ ਅਸੀਂ ਵਿਦ ਫੈਮਿਲੀ ਜਿਹੜੇ ਆ ਇੰਗਲੈਂਡ ਦੇ ਵਿੱਚ ਜਾ ਕੇ ਪੋਸਟ ਡਾਕਟਰੇਟ ਜਿਹੜੀ ਹੈ ਉੱਥੇ ਕੀਤੀ। ਉੱਥੇ ਕਈ ਇੰਟਰਨੈਸ਼ਨਲ ਕਾਨਫਰੰਸਿਸ 'ਤੇ ਜਾਣ ਦਾ ਮੌਕਾ ਮਿਲਿਆ। ਇਟਲੀ ਗਏ, ਫਰਾਂਸ ਗਏ, ਅੱਛਾ ਜੀ। ਔਰ ਉੱਥੇ ਆਪਣੇ ਜਿਹੜੇ ਰਿਸਰਚ ਹੈ ਲੋਕਾਂ ਤੱਕ ਸ਼ੇਅਰ ਕੀਤੀ, ਔਰ ਇਸ ਪਾਸੇ ਜਿਹੜਾ ਇੰਟਰਸਟ ਹੋਰ ਵੱਧ ਗਿਆ, ਔਰ ਇਸ ਪਾਸੇ ਅਸੀਂ ਕਾਫੀ ਕੀਤਾ। ਔਰ PhD ਕਰਨ ਤੋਂ ਬਾਅਦ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਹੀ ਮੈਨੂੰ ਅਸਿਸਟੈਂਟ ਪਲਾਂਟ ਪੈਥੋਲੋਜਿਸਟ ਦੀ ਜਿਹੜੀ ਹੈ ਉਹ ਨੌਕਰੀ ਮਿਲ ਗਈ। ਅੱਛਾ ਜੀ। ਉਸ ਦੇ ਵਿੱਚ ਮੈਂ ਸਬਜ਼ੀਆਂ ਦੇ ਡਿਪਾਰਟਮੈਂਟ ਦੇ ਵਿੱਚ ਕੰਮ ਕੀਤਾ, ਔਰ ਸਾਡਾ ਜਿਹੜਾ ਕੰਮ ਹੁੰਦਾ ਸੀਗਾ ਕਿ ਬਿਮਾਰੀਆਂ ਦੀ ਰੋਕਥਾਮ ਕਿੱਦਾਂ ਕੀਤੀ ਜਾਵੇ, ਔਰ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਜਿਹੜੀ ਹੈ ਉਸ ਦਾ ਮੈਨੂੰ ਵਜ਼ੀਫਾ ਮਿਲਦਾ ਰਿਹਾ। ਔਰ ਇਸ ਤਰ੍ਹਾਂ ਅਸੀਂ ਪੜ੍ਹਾਈ ਲਿਖਾਈ ਦੇ ਵਿੱਚ ਅੱਗੇ ਜਾਂਦਿਆਂ ਹੋਏ ਆਪਣੀਆਂ ਮੰਜ਼ਿਲਾਂ ਜਿਹੜੀਆਂ ਉਹ ਤੈਅ ਕਰਦੇ ਰਹੇ। ਗੱਲ ਪਹੁੰਚ ਗਈ ਪੰਜਾਬ ਦੇ ਵਿੱਚ। ਪੰਜਾਬ ਦੀ ਸਪੈਸ਼ਲੀ ਐਗਰੀਕਲਚਰ ਯੂਨੀਵਰਸਿਟੀ ਦੀ ਬਹੁਤ ਵੱਡੀ ਦੇਣ ਹੈ, ਕਹਿੰਦੇ ਗ੍ਰੀਨ ਇਨਕਲਾਬ ਪੰਜਾਬ ਯੂਨੀਵਰਸਿਟੀ ਵੱਲੋਂ ਆਇਆ ਸਾਰਾ ਕੁਝ। ਆਪਾਂ ਇਸ ਚੀਜ਼ ਬਾਰੇ ਬਹੁਤ ਸੁਣਿਆ, ਪਰ ਜਦੋਂ ਹੁਣ ਪੰਜਾਬ ਦੇ ਵਿੱਚ ਜੋ ਐਜੂਕੇਸ਼ਨ ਕਹਿ ਸਕਦੇ ਜਿਹੜੀ ਪਲਾਂਟ ਪੈਥੋਲੋਜੀ ਦੇ ਵਿੱਚ ਤੁਸੀਂ ਕੰਮ ਕੀਤਾ, ਉਹਦੇ ਵਿੱਚ ਕੀ ਦੇਣ ਕੀ ਰਹੀ? ਹਾਂ, ਉਸ ਦੇ ਵਿੱਚ ਜਿਸ ਵੇਲੇ ਮੈਂ PhD ਕਰ ਰਿਹਾ ਸੀਗਾ, ਪੰਜਾਬ ਦੇ ਵਿੱਚ ਇੱਕ ਬਿਮਾਰੀ ਕਣਕ ਨੂੰ ਪੈ ਗਈ। ਉਹ ਕਣਕ, ਉਹਦਾ ਬਿਮਾਰੀ ਦਾ ਨਾਮ ਸੀਗਾ ਕਰਨਾਲ ਬੰਟ। ਕਰਨਾਲ ਬੰਟ। ਅੱਛਾ। ਉਹ ਬਿਮਾਰੀ 1923 ਦੇ ਵਿੱਚ ਸ਼ੁਰੂ ਹੋਈ ਸੀਗੀ ਕਰਨਾਲ ਦੇ ਵਿੱਚ, ਤੇ ਕਰਨਾਲ ਦੇ ਵਿੱਚ ਜਿਹੜਾ ਹੈਗਾ ਇਸ ਕਰਕੇ ਉਹਦਾ ਨਾਂ ਕਰਨਾਲ ਬੰਟ ਪੈ ਗਿਆ। ਦਾਣੇ ਕਾਲੇ ਹੋ ਜਾਂਦੇ ਸੀਗੇ, ਦਾਣਿਆਂ ਨੂੰ ਇਦਾਂ ਹੱਥ ਨਾਲ ਮਲੋ ਤਾਂ ਧੂੜਾ ਪੈਦਾ ਹੋ ਜਾਂਦਾ ਸੀ, ਝਾੜ ਬਹੁਤ ਘਟ ਜਾਂਦਾ ਸੀ, ਫਸਲ ਦੀ ਗੁਣਵੱਤਾ ਖਰਾਬ ਹੋ ਜਾਂਦੀ ਸੀ, ਔਰ ਇਹ ਇੱਕ ਬਹੁਤ ਵੱਡਾ ਨੁਕਸਾਨ ਕਰਨ ਵਾਲੀ ਬਿਮਾਰੀ ਸੀਗੀ। ਇਹ ਬੀਜ ਦੇ ਨਾਲ ਵੀ ਫੈਲਦੀ ਸੀ, ਹਵਾ ਦੇ ਨਾਲ ਵੀ ਫੈਲਦੀ ਸੀ, ਔਰ ਇਹ ਮਿੱਟੀ ਦੇ ਵਿੱਚ ਵੀ ਰਹਿੰਦੀ ਸੀਗੀ, ਔਰ ਇਸ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਡਿਟੇਲਡ ਸਟੱਡੀ ਨਹੀਂ ਸੀ ਹੋਈ। ਮੈਂ ਪਹਿਲਾ PhD ਹੋਵਾਂਗਾ ਜਿਸ ਨੇ ਕਰਨਾਲ ਬੰਟ ਦੇ ਉੱਤੇ ਪੰਜਾਬ 'ਚ ਰਹਿ ਕੇ ਜਿਹੜਾ ਕੰਮ ਕੀਤਾ, ਔਰ ਇੱਕ ਟੈਕਨੀਕ ਵਿਕਸਿਤ ਕੀਤੀ ਕਿ ਅਸੀਂ ਆਪਣੀਆਂ ਕਿਸਮਾਂ ਦੀ ਜਿਹੜੀ ਸਿਲੈਕਸ਼ਨ ਹੈ, ਕਿਸਮਾਂ ਨੂੰ ਬਿਮਾਰੀ ਲਾ ਕੇ ਦੇਖਣਾ ਕਿ ਕਿਹੜੀ ਕਿਸਮ ਚੰਗੀ ਹੈ, ਕਿਹੜੀ ਕਿਸਮ ਮਾੜੀ ਹੈ, ਕਿਸ ਨੂੰ ਬਿਮਾਰੀ ਘੱਟ ਲੱਗਦੀ ਹੈ, ਕਿਸ ਨੂੰ ਬਿਮਾਰੀ ਜ਼ਿਆਦਾ ਲੱਗਦੀ ਹੈ, ਤਾਂ ਕਿ ਘੱਟ ਬਿਮਾਰੀ ਲੱਗਣ ਵਾਲੀਆਂ ਜਿਹੜੀਆਂ ਕਿਸਮਾਂ ਹੈ ਉਹਨਾਂ ਨੂੰ ਲੈ ਕੇ ਅਸੀਂ ਦੂਸਰੀਆਂ ਕਿਸਮਾਂ ਦੇ ਨਾਲ ਬਰੀਡਿੰਗ ਕਰੀਏ, ਔਰ ਇੱਕ ਚੰਗੀਆਂ ਕਿਸਮਾਂ ਵਿਕਸਿਤ ਕਰੀਏ ਜਿਹਦੇ ਨਾਲ ਲੋਕਾਂ ਦਾ ਭਲਾ ਹੋ ਸਕੇ। ਐਸੀ ਕਿਸਮ ਆ ਜਾਵੇ ਜਿਹੜੀ ਕਰਨਾਲ ਬੰਟ ਰਹਿਤ ਹੋਵੇ। ਇਹ ਕਰਨਾਲ ਬੰਟ ਦਾ ਮੈਂ PhD ਮੇਰੀ ਇਹਦੇ ਵਿੱਚ ਹੋਈ, ਰਿਸਰਚ ਪੇਪਰਸ ਵੀ ਕਾਫੀ ਛਪੇ, ਔਰ ਇਸ ਤੋਂ ਬਾਅਦ ਮੈਂ ਅਸਿਸਟੈਂਟ ਪਲਾਂਟ ਪੈਥੋਲੋਜਿਸਟ ਜੌਬ ਤੇ ਲੱਗ ਗਿਆ, ਫਿਰ ਪਲਾਂਟ ਪੈਥੋਲੋਜਿਸਟ ਲੱਗ ਗਿਆ, ਔਰ ਮੈਨੂੰ ਲਿਖਣ ਪੜ੍ਹਨ ਦਾ ਔਰ ਵਿਗਿਆਨਕ ਤੌਰ ਦੇ ਉੱਤੇ ਜਿਹੜੀਆਂ ਲਿਖਤਾਂ ਹੁੰਦੀਆਂ, ਟੈਕਨੀਕਲ ਰਾਈਟਿੰਗ ਦਾ ਬੜਾ ਸ਼ੌਕ ਸੀਗਾ। ਅੱਛਾ ਜੀ। ਔਰ ਜਿਸ ਕਰਕੇ ਕੋਈ ਵੀ ਵਾਈਸ ਚਾਂਸਲਰ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਕਿਤੇ ਹੋਰ ਹੋਇਆ, ਹੁਣ ਤੱਕ ਮੈਂ 15 ਵਾਈਸ ਚਾਂਸਲਰਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੰਮ ਕੀਤਾ। ਉਹਨਾਂ ਦੀ ਇਹ ਮੈਂ ਪ੍ਰੈਫਰੈਂਸ ਹੁੰਦਾ ਸੀ ਕਿ ਤੁਸੀਂ ਸਾਡੇ ਨਾਲ ਕੰਮ ਕਰੋ, ਟੈਕਨੀਕਲ ਰਾਈਟਿੰਗ ਕਰੋ, ਔਰ ਰਿਪੋਰਟਾਂ ਤਿਆਰ ਕਰੋ, ਹੋਰ ਰਿਸਰਚ ਪ੍ਰੋਜੈਕਟ ਤਿਆਰ ਕਰੋ, ਤੇ ਜਿਹਦੇ ਕਰਕੇ ਮੇਰਾ ਹੱਥ ਵੀ ਸਾਫ਼ ਹੁੰਦਾ ਰਿਹਾ ਔਰ ਅੱਗੇ ਵਧਣ ਦਾ ਮੈਨੂੰ ਮੌਕਾ ਮਿਲਦਾ ਰਿਹਾ। ਪਲਾਂਟ ਪੈਥੋਲੋਜਿਸਟ ਤੋਂ ਬਾਅਦ ਮੈਂ ਸੀਨੀਅਰ ਪਲਾਂਟ ਪੈਥੋਲੋਜਿਸਟ ਬਣ ਗਿਆ। ਫਿਰ ਮੇਰੀ ਇਸ ਖਮਤਾ ਨੂੰ ਦੇਖਦਿਆਂ ਹੋਇਆਂ ਮੈਂ ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨ, ਜਿਹਦੇ ਵਿੱਚ ਮੀਡੀਆ ਨਾਲ ਡੀਲ ਕਰਨਾ, ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨਾਲ ਡੀਲ ਕਰਨਾ, ਪਬਲੀਕੇਸ਼ਨਸ ਦੇ ਨਾਲ ਡੀਲ ਕਰਨਾ, ਇੰਟਰਨੈਸ਼ਨਲ ਲਿੰਕੇਜਸ ਜਿਹੜੀਆਂ ਬਾਹਰਲੀਆਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਹਨ, ਉਹਨਾਂ ਦੇ ਵਿਗਿਆਨੀ ਹਨ, ਉਹਨਾਂ ਨਾਲ ਰਾਬਤਾ ਕਾਇਮ ਕਰਨਾ, ਔਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਉਹਨਾਂ ਯੂਨੀਵਰਸਿਟੀਆਂ ਦੇ ਨਾਲ ਉਹਨਾਂ ਦਾ ਤਾਲਮੇਲ ਵਧਾਉਣਾ। ਇਸ ਦੇ ਵਿੱਚ ਵੀ ਮੈਨੂੰ ਕਾਫੀ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਡਾਇਰੈਕਟੋਰੇਟ ਆਫ ਰਿਸਰਚ ਦੇ ਵਿੱਚ ਨੈਚੁਰਲ ਰਿਸੋਰਸ ਮੈਨੇਜਮੈਂਟ ਤੇ ਪਲਾਂਟ ਹੈਲਥ ਮੈਨੇਜਮੈਂਟ, ਇਸ ਦੇ ਉੱਤੇ ਯੂਨੀਵਰਸਿਟੀ 'ਚ ਜੋ ਕੁਝ ਵੀ ਕੰਮਕਾਜ ਹੋ ਰਿਹਾ, ਤਕਰੀਬਨ 15 ਮਹਿਕਮੇ ਸੀ ਜਿਹਨਾਂ ਦੀ ਮੈਂ ਦੇਖ ਰੇਖ ਕਰਦਾ ਸੀ, ਔਰ ਉਹਦੇ ਵਿੱਚ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਾਰੀ ਰਿਸਰਚ ਮੈਨੇਜਮੈਂਟ ਉਹਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਰਿਹਾ। ਤਾਂ ਇਸ ਤਰ੍ਹਾਂ ਕਰਕੇ ਜਿਹੜੀ ਮੇਰੀ ਪ੍ਰੋਫੈਸ਼ਨਲ ਜ਼ਿੰਦਗੀ ਜਿਹੜੀ ਉਹ ਅੱਗੇ ਵੱਧਦੀ ਗਈ। ਪਰ ਇੱਕ ਚੀਜ਼ ਦੱਸੋ, ਚਲੋ ਹੁਣ ਮੈਂ ਥੋੜ੍ਹਾ ਜਿਹਾ ਪ੍ਰੋਫੈਸ਼ਨਲ ਤੁਹਾਡੀ ਪਰਸਨਲ ਤੋਂ ਥੋੜ੍ਹਾ ਜਿਹਾ ਹੋ ਗਿਆ, ਜੋ ਯੂਨੀਵਰਸਿਟੀ ਦੇ ਜਾਂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪੰਜਾਬ ਨੂੰ ਦੇਣ, ਕੀ ਸੱਚਮੁੱਚ ਐਗਰੀਕਲਚਰ ਯੂਨੀਵਰਸਿਟੀ ਨੇ ਜੋ ਪੰਜਾਬ ਨੂੰ ਦੇਣ ਦਿੱਤੀ ਹੈ, ਗ੍ਰੀਨ ਇਨਕਲਾਬ ਦੀ, ਕਹਿੰਦੇ ਨੇ ਹਰਾ ਇਨਕਲਾਬ ਆ ਗਿਆ, ਪੰਜਾਬ ਲਈ ਵਰਦਾਨ ਸੀ ਜਾਂ ਸ਼ਰਾਪ ਸੀ? ਨਹੀਂ, ਬਿਲਕੁਲ। ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ਵੇਲੇ ਹਿੰਦੁਸਤਾਨ ਆਜ਼ਾਦ ਹੋਇਆ 1947 ਦੇ ਵਿੱਚ, ਉਸ ਵੇਲੇ ਆਪਣੀ ਜਿਹੜੀ ਭੋਜਨ ਦੀ ਸੁਰੱਖਿਆ ਬਹੁਤ ਮਾੜੀ ਸੀ। ਬਿਲਕੁਲ ਜੀ। ਸਾਨੂੰ ਅੰਨ ਦੀ ਬਹੁਤ ਕਮੀ ਸੀ, ਸਾਡੀ ਪਾਪੂਲੇਸ਼ਨ ਵੱਧ ਰਹੀ ਸੀ। ਉਸ ਵੇਲੇ ਸਾਨੂੰ ਦੂਸਰਿਆਂ ਦੇਸ਼ਾਂ 'ਚ ਜਾਣਾ ਪੈਂਦਾ ਸੀ, ਅਨਾਜ ਮੰਗਣਾ ਪੈਂਦਾ ਸੀ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਹੋਰ ਤਰ੍ਹਾਂ ਦੀ ਸਿਚੁਏਸ਼ਨ ਸੀਗੀ ਕਿ ਇੱਜ਼ਤ ਸਾਡੀ ਜਿਹੜੀ ਹੈ ਦੁਨੀਆ ਦੇ ਸਾਹਮਣੇ ਬਹੁਤ ਨੀਵੀਂ ਪੈ ਚੁੱਕੀ ਸੀ। ਤੇ ਪੰਡਤ ਜਵਾਹਰ ਲਾਲ ਨਹਿਰੂ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਕਿਹਾ ਕਿ ਐਵਰੀਥਿੰਗ ਐਲਸ ਕੈਨ ਵੇਟ ਬਟ ਨਾਟ ਐਗਰੀਕਲਚਰ, ਔਰ ਉਸ ਵੇਲੇ ਸਾਰਾ ਜ਼ੋਰ ਇਹ ਲੱਗਿਆ ਕਿ ਐਗਰੀਕਲਚਰਲ ਯੂਨੀਵਰਸਿਟੀਆਂ ਬਣਾਈਆਂ ਜਾਣ,
ਔਰ ਫੈਮਿਨ ਕਮਿਸ਼ਨਸ ਪਹਿਲਾਂ ਜਿਹੜੇ ਅਕਾਲ ਪੈਂਦੇ ਸੀਗੇ 1943 ਦੇ ਵਿੱਚ ਬੰਗਾਲ ਦਾ ਜਿਹੜਾ ਅਕਾਲ ਪੈ ਗਿਆ, ਜਿਹਦੇ ਵਿੱਚ ਬਹੁਤ ਲੱਖਾਂ ਦੀ ਤਾਦਾਦ 'ਚ ਲੋਕ ਮਾਰੇ ਗਏ ਔਰ ਬਹੁਤ ਭੁੱਖਮਰੀ ਉੱਥੇ ਵਿਕਸਿਤ ਹੋਈ। ਔਰ ਇਹ ਸਾਰੀਆਂ ਚੀਜ਼ਾਂ, ਇਹ ਇੱਕ ਆਜ਼ਾਦੀ ਦਾ ਹਲੂਣਾ, ਇੱਕ ਇਹ ਅਕਾਲ ਦਾ ਹਲੂਣਾ, ਇਹਨੇ ਇੱਕ ਜਰਕ ਨੇ ਸਾਨੂੰ ਇਹ ਮਹਿਸੂਸ ਕਰਵਾਇਆ ਕਿ ਜਿੰਨਾ ਚਿਰ ਖੇਤੀ ਪੱਕੇ ਪੈਰੀ ਨਹੀਂ ਆਪਾਂ ਕਰ ਸਕਦੇ ਉਹਨਾਂ ਚਿਰ ਆਪਣਾ ਭਲਾ ਨਹੀਂ ਹੋ ਸਕਦਾ। ਇਸੇ ਕਰਕੇ ਐਗਰੀਕਲਚਰਲ ਯੂਨੀਵਰਸਿਟੀ ਬਣੀ ਹੈ। ਪਹਿਲੀ ਯੂਨੀਵਰਸਿਟੀ ਗੋਬਿੰਦ ਬੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਟੈਕਨੋਲੋਜੀ, ਜਿਹੜੀ ਪੰਤ ਨਗਰ ਯੂਪੀ ਦੇ ਵਿੱਚ ਬਣੀ 1960 ਵਿੱਚ। ਦੂਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਬਣੀ 1962 ਵਿੱਚ। ਇਹਨਾਂ ਯੂਨੀਵਰਸਿਟੀਆਂ ਨੇ ਬਹੁਤ ਚੰਗਾ ਕੰਮ ਕੀਤਾ। ਔਰ 1963 ਦੇ ਵਿੱਚ ਡਾਕਟਰ ਨਾਰਮਨ ਬੋਰਲੋ ਜਿਹੜੇ ਮੈਕਸੀਕੋ ਤੋਂ, ਉਹਨਾਂ ਨੂੰ ਬੁਲਾਇਆ ਗਿਆ। ਡਾਕਟਰ MS ਸਵਾਮੀਨਾਥਨ ਸੀਗੇ, ਉਹਨਾਂ ਨੇ ਇਹਨਾਂ ਨੂੰ ਪੰਜਾਬ ਵਿੱਚ ਬੁਲਾਇਆ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਵਿਗਿਆਨੀ ਹੈ ਉਹਨਾਂ ਨਾਲ ਗੱਲਬਾਤ ਕੀਤੀ ਔਰ ਮੈਕਸੀਕੋ ਤੋਂ ਕੁਝ ਕਣਕਾਂ ਲਿਆਂਦੀਆਂ ਗਈਆਂ ਔਰ ਉਹ ਕਣਕਾਂ ਦੀ ਟੈਸਟਿੰਗ PAU ਲੁਧਿਆਣਾ ਵਿਖੇ ਵੀ ਹੋਈ, IRI ਨਿਊ ਦਿੱਲੀ ਵਿਖੇ ਵੀ ਹੋਈ ਔਰ ਪੰਤਨਗਰ ਵੀ ਹੋਈ। ਔਰ ਇਹਨਾਂ ਦੇ ਨਤੀਜੇ ਬਹੁਤ ਅੱਛੇ ਨਿਕਲੇ ਕਿ ਇਹ ਕਣਕਾਂ ਇੱਥੇ ਸਾਬਤ ਹੋ ਇਸਟੈਬਲਿਸ਼ ਕਰ ਸਕਦੀਆਂ। ਔਰ ਮੈਕਸੀਕਨ ਕਣਕਾਂ ਜਿਹੜੀਆਂ ਲਾਲ ਰੰਗ ਦੀਆਂ ਹੁੰਦੀਆਂ ਸੀ, ਆਪਾਂ ਸਾਰੇ ਜਾਣਦੇ ਹਾਂ, ਉਹ ਉੱਥੋਂ ਕੰਮ ਤੁਰਿਆ। ਉਸ ਤੋਂ ਬਾਅਦ PAU ਦੇ ਜਿਹੜੇ ਵਿਗਿਆਨੀ ਹੈ ਉਹਨਾਂ ਨੇ ਬੜੀ ਹਿੰਮਤ ਕੀਤੀ। ਡਾਕਟਰ DS ਅਥਵਾਲ, ਦਿਲਬਾਗ ਸਿੰਘ ਅਥਵਾਲ, ਉਹਨਾਂ ਨੇ ਕਣਕ ਦੀ ਖੋਜ ਕਰਨੀ ਸ਼ੁਰੂ ਕੀਤੀ, ਕਲਿਆਣ ਵਰਗੀਆਂ ਕਿਸਮਾਂ ਪੈਦਾ ਕੀਤੀਆਂ ਔਰ ਉਹਨਾਂ ਨੇ ਤਾਂ ਬਹੁਤ ਚੰਗਾ ਝਾੜ ਵਧਾਇਆ। ਔਰ ਵਿਦ ਦੀ ਰਿਜ਼ਲਟ ਕਿ ਪੰਜਾਬ ਜਿਹੜਾ ਹੈ ਉਹ ਖੇਤੀਬਾੜੀ ਦੇ ਵਿੱਚ ਐਗਰੀਕਲਚਰ ਡਿਵੈਲਪਮੈਂਟ ਦਾ ਔਰ ਹਰੀ ਕ੍ਰਾਂਤੀ ਦਾ ਜਿਹੜਾ ਇੱਕ ਪੰਘੂੜਾ ਬਣ ਗਿਆ। ਔਰ ਇਸ ਨੂੰ ਆਪਾਂ ਪੰਜਾਬ ਜਿਹੜਾ ਆ ਇਸ ਨੂੰ ਫੂਡ ਬਾਲ ਆਫ ਇੰਡੀਆ ਕਹਿਣਾ ਸ਼ੁਰੂ ਕਰ ਦਿੱਤਾ ਔਰ ਦੇਸ਼ ਦੀ ਭੁੱਖਮਰੀ ਮਿਟਾਉਣ ਦੇ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਰਿਹਾ। ਪੰਜਾਬ ਸਿਰਫ 1.5% ਏਰੀਆ ਹੈਗਾ, ਜੀਓਗ੍ਰਾਫਿਕ ਏਰੀਆ ਹਿੰਦੁਸਤਾਨ ਦਾ, ਲੇਕਿਨ ਇਹਨਾਂ ਨੇ ਪਿਛਲੇ ਸਾਲਾਂ ਦੇ ਵਿੱਚ ਇੰਨਾ ਨੈਸ਼ਨਲ ਪੂਲ ਆਫ ਫੂਡ ਰਿਜ਼ਰਵ ਵਿੱਚ ਯੋਗਦਾਨ ਪਾਇਆ ਕਿ 75% ਤੱਕ ਕਣਕ ਦਾ ਔਰ ਕਾਫੀ ਹੱਦ ਤੱਕ 40-50% ਤੱਕ ਜਿਹੜਾ ਚੌਲਾਂ ਦਾ ਯੋਗਦਾਨ ਪਾਇਆ। ਉਹਦੇ ਨਾਲ ਕੀ ਹੋਇਆ ਕਿ ਸਾਡਾ ਥਾਂ ਬਣ ਗਿਆ। ਔਰ 1966 ਦੇ ਵਿੱਚ ਜਿਹੜੀ ਅਸੀਂ ਕਣਕ ਬਾਹਰੋਂ ਮੰਗਾਉਂਦੇ ਸੀ, ਹੌਲੀ ਹੌਲੀ ਅਸੀਂ ਫੂਡ ਫਰੰਟ 'ਤੇ ਇੰਨਾ ਤਕੜੇ ਹੋ ਗਏ ਕਿ ਅਸੀਂ ਲੋਕਾਂ ਨੂੰ ਇਹ ਸ਼ੋਅ ਕਰ ਦਿੱਤਾ ਕਿ ਅਸੀਂ ਵੀ ਜਿਹੜਾ ਪੱਕੇ ਪੈਰੀ ਹੋ ਸਕਦੇ ਹਾਂ। ਔਰ ਵਾਕਿਆ ਹੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹਰੀ ਕ੍ਰਾਂਤੀ ਲਿਆਉਣ ਦੇ ਨਾਲ। ਸਾਰਾ ਜ਼ੋਰ ਲੱਗ ਗਿਆ, ਸਰਕਾਰੀ ਪਾਲਿਸੀਆਂ ਵੀ ਇਸ ਗੱਲ ਦੇ ਉੱਤੇ ਜ਼ੋਰ ਦੇਣ ਲੱਗ ਗਈਆਂ ਕਿ ਪੈਦਾਵਾਰ ਕਰੋ, ਲੈਂਡ ਦੀ ਕੰਸੋਲੀਡੇਸ਼ਨ ਹੋ ਗਈ, ਇਨਪੁੱਟ ਸਪਲਾਈ ਯਕੀਨੀ ਬਣਨੀ ਸ਼ੁਰੂ ਹੋ ਗਈ, ਕਣਕ ਝੋਨੇ ਦੀ ਖਰੀਦ ਵਾਸਤੇ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਉਹ ਦੇਣਾ ਸ਼ੁਰੂ ਕਰ ਦਿੱਤਾ ਔਰ ਮੰਡੀਆਂ ਦਾ ਬੜੀ ਸੁਵਿਧਾ ਹੋ ਗਈ। ਸਾਰਾ ਕੁਝ ਮਿਲਾ ਕੇ ਕਿਸਾਨਾਂ ਦੀ ਮਿਹਨਤ ਵਿੱਚ ਨਾਲ ਰਲ ਕੇ ਅਸੀਂ ਪੱਕੇ ਪੈਰੀ ਹੋ ਗਏ ਔਰ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲਿਆ ਔਰ ਪੰਜਾਬ ਇੱਕ ਅਨਾਜ ਦੀ ਭੜੋਲੀ ਦੇ ਤੌਰ ਦੇ ਉੱਤੇ ਜਾਣ ਲੱਗਿਆ। ਡਾਕਟਰ ਸਾਹਿਬ, ਸਵਾਲ ਇੱਥੇ ਹੀ ਖੜਾ ਹੁਣ, ਪੰਜਾਬ ਤੇ ਦੇਸ਼ ਨੂੰ ਤਾਂ ਅਨਾਜ ਮਿਲ ਗਿਆ, ਪਰ ਲੋਕ ਕਹਿੰਦੇ ਨੇ ਕਿ ਹਰੀ ਕ੍ਰਾਂਤੀ ਜਿਹੜੀ ਪੰਜਾਬ ਲਈ ਸਰਾਪ ਸੀ। ਬਿਲਕੁਲ, ਮੈਂ ਸਮਝਦਾ ਕਿ ਜਦੋਂ ਆਪਾਂ ਕਿਸੇ ਚੀਜ਼ ਤੋਂ ਜ਼ਿਆਦਾ ਚੀਜ਼ ਕੱਢਣੀ ਸ਼ੁਰੂ ਕਰ ਦਈਏ, ਉਹ 'ਚ ਮੋੜੀਏ ਘੱਟ, ਤਾਂ ਉਹ ਚੀਜ਼ ਦੇ ਵਿੱਚ ਕਮੀ ਆ ਜਾਂਦੀ ਹੈ। ਪੰਜਾਬ 'ਚ ਵੀ ਇਸ ਤਰ੍ਹਾਂ ਹੋਇਆ ਕਿ ਮਲਟੀਪਲ ਕ੍ਰੋਪਿੰਗ ਹੋ ਗਈਆਂ। ਕ੍ਰੋਪਿੰਗ ਇੰਟੈਂਸਿਟੀ ਅੱਜ ਜਿਹੜੀ ਹੈ 206% ਆ। ਇਹਦਾ ਮਤਲਬ ਇਹ ਹੈ ਕਿ ਆਪਾਂ ਜ਼ਮੀਨ ਦੇ ਵਿੱਚੋਂ ਫਸਲਾਂ ਤੇ ਫਸਲਾਂ ਬੀਜੀ ਜਾਂਦੇ ਹਾਂ, ਬਹੁਤ ਕੁਝ ਕੱਢ ਰਹੇ ਹਾਂ, ਮੋੜ ਘੱਟ ਰਹੇ ਹਾਂ। ਜੇ ਹੁਣ ਝੋਨਾ ਜਿਹੜਾ ਚੌਲ ਜਿਹੜੇ ਉਹ ਆਪਾਂ ਬੀਜਦੇ ਹਾਂ, ਇਹ ਪੰਜਾਬ ਦੀ ਫਸਲ ਨਹੀਂ ਸੀ, ਲੇਕਿਨ ਅਸੀਂ ਬੀਜਣੀ ਸ਼ੁਰੂ ਕਰਤੀ ਕਿਉਂਕਿ ਸਰਕਾਰੀ ਤੌਰ ਤੇ ਖਰੀਦ ਇਸ ਦੀ ਸ਼ੁਰੂ ਹੋ ਗਈ। ਤੇ ਕਿਸਾਨਾਂ ਨੂੰ ਕੋਈ ਕੰਮ ਐਸਾ ਦੱਸ ਦਿਓ ਵੀ ਤੁਸੀਂ ਪੈਦਾ ਕਰ ਦਿਓ, ਪੈਦਾ ਕਰਕੇ ਢੇਰ ਲਾ ਦਿੰਦੇ ਆ ਔਰ ਉਹ ਉਹਨਾਂ ਨੇ ਢੇਰ ਲਾਤੇ। ਪਰ 1 ਕਿਲੋ ਚੌਲ ਪੈਦਾ ਕਰਨ ਲਈ ਕਹਿੰਦੇ 4000-5000 ਲੀਟਰ ਪਾਣੀ ਜਿਹੜਾ ਉਹ ਲੱਗਦਾ। ਇਹਦਾ ਮਤਲਬ ਇਹ ਹੈ ਕਿ ਅਸੀਂ ਜੇ ਚੌਲ ਦਾ ਜਿਹੜੀ ਵਧਾਤਾ, ਅੱਜ 70% ਪੰਜਾਬ ਦੇ ਵਿੱਚ ਚੌਲ ਬੀਜੇ ਜਾਂਦੇ ਔਰ ਸੈਂਟਰਲ ਪੰਜਾਬ ਦਾ ਜਿਹੜਾ ਹਿੱਸਾ ਹੈ ਉਹਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਘਟਣੀ ਸ਼ੁਰੂ ਹੋ ਗਈ, ਵਾਟਰ ਟੇਬਲ ਡਿਪਲੀਸ਼ਨ ਹੋ ਗਈ, ਜਿਹੜੇ ਟਿਊਬਲ ਸੀਗੇ ਉਹ ਚੱਲਣੇ ਬੰਦ ਹੋ ਗਏ, ਜਿਹੜੇ ਸਮਰਸੀਬਲ ਪੰਪ ਲਾਉਣੇ ਸ਼ੁਰੂ ਹੋ ਗਏ, ਉਹਦੇ ਨਾਲ ਖਰਚੇ ਵੀ ਵਧੇ ਔਰ ਧਰਤੀ ਦੀ ਸਿਹਤ ਵੀ ਮਾੜੀ ਹੋਈ ਔਰ ਖਾਦਾਂ ਜ਼ਿਆਦਾ ਪਾਉਣ ਲੱਗੇ। ਜਿਹੜੀ ਹਰੀ ਕ੍ਰਾਂਤੀ ਦੇ ਵੇਲੇ ਜਿਹੜੀਆਂ ਵੈਰਾਈਟੀਆਂ ਦੀ ਸਿਫਾਰਿਸ਼ ਕੀਤੀ ਗਈ, ਉਹਨਾਂ ਦੀਆਂ ਖਾਦਾਂ ਦੀ ਲੋੜ ਵੀ ਜ਼ਿਆਦਾ ਸੀ, ਉਹਨਾਂ ਦੀ ਪਾਣੀ ਦੀ ਲੋੜ ਵੀ ਜ਼ਿਆਦਾ ਸੀ ਔਰ ਵਿਦ ਦੀ ਰਿਜ਼ਲਟ ਕੀ ਹੋਇਆ ਕਿ ਅਸੀਂ ਧਰਤੀ ਦਾ ਜਿਹੜਾ ਨੈਚੁਰਲ ਰਿਸੋਰਸ ਬੇਸ ਹੈ ਉਹ ਕਰੋੜ ਹੋ ਗਿਆ, ਉਹਦੇ ਵਿੱਚ ਕਮੀਆਂ ਆਉਣ ਸ਼ੁਰੂ ਹੋ ਗਈਆਂ। ਅੱਜ ਦੀ ਹਾਲਾਤ ਇਹ ਹੈ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਇਹਦੇ ਵਿੱਚ ਆਰਗੈਨਿਕ ਮੈਟਰ ਘਟ ਰਿਹਾ ਸੀ, ਹੁਣ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋਇਆ ਕੁਝ ਸਾਲਾਂ ਤੋਂ ਔਰ ਪਾਣੀ ਦੀ ਮਾਤਰਾ ਘਟ ਗਈ ਔਰ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਕਮੀ ਆਉਣੀ ਸ਼ੁਰੂ ਹੋ ਗਈ, ਜ਼ਮੀਨ ਦੇ ਵਿੱਚ ਖੁਰਾਕੀ ਤੱਤਾਂ ਦੀ ਕਮੀ ਆਉਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਆਪਾਂ ਇਹ ਸਮਝਦੇ ਹਾਂ ਕਿ ਹਰੀ ਕ੍ਰਾਂਤੀ ਨੇ ਜਿੱਥੇ ਤੱਕ ਪ੍ਰਾਪਤੀ ਕਰ ਲਈ ਉਸ ਤੋਂ ਹੋਰ ਅੱਗੇ ਵਧਣਾ ਬਹੁਤ ਕਠਿਨ ਹੋ ਗਿਆ
ਇੱਕ ਬਾਇਓਲੋਜੀਕਲ ਲਿਮਿਟ ਵੀ ਹੁੰਦੀ ਹੈ ਕਿ ਕਿਸੇ ਲੈਵਲ ਤੱਕ ਪਹੁੰਚਣਾ ਸੰਭਵ ਹੁੰਦਾ, ਉਸ ਤੋਂ ਬਾਅਦ ਥੋੜਾ ਜਿਹਾ ਵੀ ਅੱਗੇ ਵਧਣਾ ਜਿਹੜਾ ਉਹ ਬਹੁਤ ਮੁਸ਼ਕਲ ਹੁੰਦਾ। ਹੁਣ ਆਪਾਂ ਇਸ ਤਰ੍ਹਾਂ ਦੀ ਖਤਰੇ ਦੀ ਘੰਟੀ ਜਿਹੜੀ ਹੈ ਸਾਡੇ ਸਾਹਮਣੇ ਆ। ਔਰ ਇਸ ਤੋਂ ਇਲਾਵਾ ਹੋਰ ਕਿ ਜਿੰਨਾ ਜ਼ੋਰ ਉਸ ਵੇਲੇ ਸਰਕਾਰਾਂ ਦਾ, ਲੋਕਾਂ ਦਾ, ਕਿਸਾਨਾਂ ਦਾ, ਸਭ ਦਾ ਲੱਗਿਆ ਸੀ, ਉਹ ਜ਼ੋਰ ਅੱਜ ਦੇਖਣ ਨੂੰ ਨਹੀਂ ਮਿਲ ਰਿਹਾ। ਪਾਲਿਸੀਆਂ ਕਿਸਾਨ ਹਿਤੈਸ਼ੀ ਨਹੀਂ ਬਣ ਰਹੀਆਂ, ਬਿਲਕੁਲ ਨਹੀਂ ਬਣ ਰਹੀਆਂ ਜੀ, ਔਰ ਉਹ ਸੁਵਿਧਾਵਾਂ ਨਹੀਂ ਮਿਲ ਰਹੀਆਂ। ਮੰਡੀਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਆ ਗਈਆਂ, ਤੇ ਇਹ ਸਾਰਾ ਕੁਝ ਮਿਲਾ ਕੇ ਅੱਜ ਦੀ ਸਥਿਤੀ ਇਹ ਹੈ ਕਿ ਸਾਡੀ ਜਿਹੜੀ ਖੇਤੀਬਾੜੀ ਹੈ ਉਹ ਕ੍ਰਾਸ ਰੋਡ ਤੇ ਹੈ। ਔਰ ਇਹ ਸੋਚਣ ਲਈ ਮਜਬੂਰ ਹੋ ਰਹੇ ਹਾਂ ਕਿ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਡਿਪਲੀਟ ਹੋ ਰਹੇ, ਇਹਨਾਂ ਨੂੰ ਕਿੱਦਾਂ ਹੱਲ ਕੀਤਾ ਜਾਏ। ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਘਟ ਰਹੀ ਹੈ, ਔਰ ਉਹ ਕਿੱਦਾਂ ਵਧਾਇਆ ਜਾਏ। ਕੁਝ ਸਾਲ ਪਹਿਲਾਂ ਜਿਹੜੀ ਬੀਜੇਪੀ ਸਰਕਾਰ ਹੈ, ਇਹਨਾਂ ਨੇ ਨਾਅਰਾ ਦਿੱਤਾ ਸੀ ਕਿ 2022 ਤੱਕ ਅਸੀਂ ਕਿਸਾਨਾਂ ਦੀ ਆਮਦਨ ਡਬਲ ਕਰਨੀ ਆ। ਲੱਗਦਾ ਸੀ ਬੜਾ ਮੁਸ਼ਕਿਲ ਹੈ, ਨਹੀਂ ਹੋ ਸਕਿਆ। ਤੇ ਇਸ ਕਰਕੇ ਗੱਲਾਂ ਇਸ ਤਰ੍ਹਾਂ ਹੋ ਰਹੀਆਂ ਕਿ ਬਹੁਤ ਕੁਝ ਕਰਨ ਵਾਲਾ ਲੇਕਿਨ ਹੋ ਨਹੀਂ ਰਿਹਾ। ਔਰ ਖੇਤੀਬਾੜੀ ਜਿਹੜੀ ਹੈ ਉਹ ਥੱਕ ਚੁੱਕੀ ਹੈ, ਔਰ ਸਾਡੇ ਨੌਜਵਾਨ ਜਿਹੜੇ ਖੇਤੀ 'ਚ ਇੰਟਰਸਟ ਨਹੀਂ ਰੱਖਦੇ। ਸਾਡੇ ਜਿਹੜੇ ਰਹਿ ਗਏ ਪਿੱਛੇ ਕਿਸਾਨ, ਉਹ ਬਜ਼ੁਰਗ ਹੋ ਗਏ ਆ। ਨੌਜਵਾਨ ਸਾਰੇ ਵਿਦੇਸ਼ਾਂ ਦੇ ਵਿੱਚ ਉਹ ਜਿਹੜਾ ਵਹੀਰਾਂ ਕੱਤ ਕੇ ਬਾਹਰ ਆ ਰਹੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਹੋਰ ਕਈ ਦੇਸ਼ਾਂ ਵੱਲ ਨੂੰ ਉਹ ਜਾ ਰਹੇ ਆ। ਤੇ ਇਹ ਬੜੀ ਇੱਕ ਗੰਭੀਰ ਸਥਿਤੀ ਹੈ, ਜਿਹੜੀ ਬੜੀ ਵੱਡੀ ਸੋਸ਼ੀਓਲੋਜੀਕਲ ਪ੍ਰੋਬਲਮ ਜਿਹੜੀ ਪੰਜਾਬ ਵਾਸਤੇ ਉਹ ਬਣ ਚੁੱਕੀ ਹੈ। ਜੀ ਬਿਲਕੁਲ। ਐਂਡ ਡਾਕਟਰ ਸਾਹਿਬ, ਆਖਿਰ ਦੇ ਵਿੱਚ ਪੰਜਾਬ ਦੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਮੋਟੀਵੇਸ਼ਨਲ ਲਾਈਫ ਰਹੀ ਤੁਹਾਡੀ, ਬਹੁਤ ਇੱਕ ਲੋਕ ਤੁਹਾਡੇ ਤੋਂ ਜੋ ਅਸੀਂ ਸਪੈਸ਼ਲੀ ਤੁਹਾਡੇ ਤੋਂ ਇੱਕ ਸੇਧ ਲੈਂਦੇ ਹਾਂ ਕਿ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਉਹ ਐਜੂਕੇਸ਼ਨ ਤੇ ਉਹ ਸਾਰਾ ਕੁਝ ਪ੍ਰਾਪਤ ਕੀਤਾ ਜਿਹਦੇ ਨਾਲ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੀ ਵੱਖ-ਵੱਖ ਸੰਸਥਾਵਾਂ ਨੂੰ ਬਹੁਤ ਫਾਇਦਾ ਹੋਇਆ। ਬਹੁਤ ਤੁਸੀਂ ਮਤਲਬ ਜੋ ਕਮਿਊਨਿਟੀ ਨੇ ਜੇ ਤੁਹਾਨੂੰ ਜਿੰਨਾ ਦਿੱਤਾ ਉਹ ਤੋਂ ਕਾਫੀ ਵੱਧ ਤੁਸੀਂ ਵਾਪਸ ਕਮਿਊਨਿਟੀ ਨੂੰ ਮੋੜਨ ਦੀ ਟਰਾਈ ਕੀਤੀ। ਤੁਹਾਡਾ ਪੰਜਾਬ ਦੇ ਅੱਜ ਦੇ ਨੌਜਵਾਨ ਨੂੰ ਕੀ ਸੁਨੇਹਾ ਹੈ? ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦਾ ਕਿ ਪਰਮਾਤਮਾ ਨੇ ਹਰ ਇੱਕ ਦੇ ਵਿੱਚ ਬਹੁਤ ਇੱਕ ਸ਼ਕਤੀ ਦਿੱਤੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਤੁਹਾਡੇ 'ਚ ਇੰਨਾ ਪੋਟੈਂਸ਼ੀਅਲ ਹੈ ਜੀ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਜੇ ਤੁਸੀਂ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਤੁਸੀਂ ਟਰੱਕ ਵੀ ਚਲਾਉਣੇ ਆ, ਤੁਸੀਂ ਲੇਬਰ ਦਾ ਕੰਮ ਵੀ ਕਰਦੇ ਆ, ਜੇ ਆਪਾਂ ਡਿਗਨਿਟੀ ਆਫ ਲੇਬਰ ਨੂੰ ਪਛਾਣੀਏ ਔਰ ਆਪਣੀ ਖੇਤੀ ਨੂੰ ਸੰਭਾਲੀਏ, ਮੁੜ ਕੇ ਆ ਕੇ ਤੁਸੀਂ ਆਪਣੀ ਖੇਤੀ ਦੀ ਸੇਵਾ ਕਰ ਸਕੋ, ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਤੁਹਾਡਾ ਯੋਗਦਾਨ ਹੋਏਗਾ ਪੰਜਾਬ ਨੂੰ ਮੁੜ ਪੱਕੇ ਪੈਰੀ ਕਰਨ ਦੇ ਵਿੱਚ। ਔਰ ਸਰਕਾਰਾਂ ਨੂੰ ਵੀ ਮੈਂ ਇਹ ਕਹਿਣਾ ਚਾਹਾਂਗਾ ਕਿ ਐਸੇ ਹਾਲਾਤ ਪੈਦਾ ਕਰ ਦਿਓ ਕਿ ਜਿਹੜਾ ਯੂਥ ਸਾਡਾ ਪੰਜਾਬ ਤੋਂ ਮੂੰਹ ਮੋੜੀ ਬੈਠਾ, ਪੰਜਾਬ ਦੀ ਖੇਤੀ ਤੋਂ ਪਰੇ ਜਾ ਰਿਹਾ, ਉਹ ਮੁੜ ਕੇ ਇਹ ਫੀਲ ਕਰੇ ਕਿ ਪੰਜਾਬ ਦੀ ਜਿਹੜੀ ਖੇਤੀ ਹੈ ਅਟਰੈਕਟਿਵ ਹੈ। ਨੌਜਵਾਨਾਂ ਦੇ ਵਿੱਚ ਅੱਜ ਕੱਲ੍ਹ ਟੈਕਨੋਲੋਜੀਕਲ ਨੌਲੇਜ ਬਹੁਤ ਹੈ। ਆਪਾਂ ਕਹਿੰਦੇ ਹਾਂ ਐਗਰੀਕਲਚਰ 4 ਰੈਵੋਲੂਸ਼ਨ, ਉਸ ਨੂੰ ਲਿਆਂਦਾ ਜਾ ਸਕਦਾ। ਡਿਜੀਟਾਈਜੇਸ਼ਨ ਹੋ ਸਕਦੀ ਹੈ, ਸਾਡੇ ਜਿਹੜੇ ਆਟੋਮੇਸ਼ਨ ਹੋ ਸਕਦੀ ਖੇਤੀਬਾੜੀ ਦੇ ਵਿੱਚ, ਸਾਡੇ ਜਿਹੜੇ ਕੰਪਿਊਟਰਾਈਜ਼ਡ ਫੰਕਸ਼ਨਿੰਗ ਹੋ ਸਕਦੀ ਹੈ। ਜੇ ਦੁਨੀਆ 'ਚ ਹੋ ਸਕਦੀ, ਸਾਡੇ ਕਿਉਂ ਨਹੀਂ ਹੋ ਸਕਦੀ? ਸਾਡੀ ਧਰਤੀ ਜ਼ਰਖੇਜ਼ ਹੈ, ਸਾਡਾ ਜਿਹੜਾ ਵਾਤਾਵਰਣ ਬਹੁਤ ਅੱਛਾ ਹੈ, ਸਾਡੀ ਖੇਤੀਬਾੜੀ ਦਾ ਐਕਸਪੀਰੀਅੰਸ ਬਹੁਤ ਜ਼ਬਰਦਸਤ ਹੈ। ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਗੇ ਨੂੰ ਤੋਰ ਸਕਦੇ ਹਾਂ। ਆਪਣਾ ਜਿਹੜਾ ਮਾਡਰਨ ਨੌਲੇਜ ਹੈ ਉਸ ਨੂੰ ਆਪਣੀ ਖੇਤੀਬਾੜੀ ਦੇ ਵਿੱਚ ਉਹਦਾ ਇਸਤੇਮਾਲ ਕਰੋ। ਸਰਕਾਰ ਤੁਹਾਨੂੰ ਉਹ ਮਾਹੌਲ ਪੈਦਾ ਕਰਕੇ ਦੇਵੇ ਔਰ ਖੇਤੀ ਵਿਗਿਆਨੀ ਜਿਹੜੇ ਆ ਤੁਹਾਡਾ ਨਾਲ ਮੋਢੇ ਨਾਲ ਮੋਢਾ ਲਾ ਕੇ ਯਤਨ ਕਰਨ ਔਰ ਖੇਤੀ ਨੂੰ ਆਪਾਂ ਪੱਕੇ ਪੈਰੀਂ ਕਰੀਏ। ਔਰ ਬਹੁਤ ਸੰਭਾਵਨਾ ਹੈ। ਜਿਹੜੀਆਂ ਚੀਜ਼ਾਂ ਸਾਨੂੰ ਹੁਣ ਤੱਕ ਪੰਜਾਬ ਦੀ ਖੇਤੀਬਾੜੀ ਨੇ, ਗ੍ਰੀਨ ਰੈਵੋਲੂਸ਼ਨ ਨੇ ਸਾਨੂੰ ਸਿੱਖਣ ਨੂੰ ਦਿੱਤੀਆਂ, ਉਹ ਇੱਕ ਲੈਬੋਰਟਰੀ ਬਣ ਸਕਦੀ ਹੈ ਕਿ ਸਾਡੇ ਹੋਰ ਦੇਸ਼ ਜਿਹੜੇ ਆ, ਹੋਰ ਪ੍ਰਾਂਤ ਆ ਜਿਹੜੇ ਸਾਡੇ ਹਿੰਦੁਸਤਾਨ ਦੇ, ਉਹ ਇਹ ਤੋਂ ਸਿੱਖ ਸਕਦੇ ਆ ਕਿ ਇਹਨਾਂ ਨੇ ਕੀ ਕੀਤਾ, ਉਹਦਾ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ। ਉਹ ਤਜਰਬਾ ਕਰ ਰਹੇ ਗ੍ਰੀਨ ਰੈਵੋਲੂਸ਼ਨ ਲਿਆਉਣ ਦਾ, ਉਹ ਸਾਡੇ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਇਸ ਪਾਸੇ ਅੱਗੇ ਵੱਧ ਸਕਦੇ ਹੋ। ਸਾਡਾ ਯੂਥ ਜਿਹੜਾ ਹੈ ਉਹਨਾਂ ਨੂੰ ਇੱਕ ਲੀਡ ਦੇ ਸਕਦਾ ਕਿ ਯੂਥ ਦੇ ਵੇਟ ਕਰਦੀ ਪੰਜਾਬ ਦੀ ਧਰਤੀ, ਨੌਜਵਾਨਾਂ ਦੀ, ਇਹਨਾਂ ਦੀ ਸੂਝ-ਬੂਝ ਦੀ, ਇਹਨਾਂ ਦੀ ਮਿਹਨਤ ਦੀ ਔਰ ਇਹਨਾਂ ਦੀ ਖੇਤੀਬਾੜੀ ਦੇ ਵਿੱਚ ਇੰਟਰਸਟ ਦੀ, ਤਾਂ ਕਿ ਆਪਾਂ ਖੇਤੀਬਾੜੀ ਨੂੰ ਮੁੜ ਪੱਕੇ ਪੈਰੀ ਕਰਕੇ ਅੱਗੇ ਪਹਿਲਾ ਵਰਗਾ ਮਾਹੌਲ ਜਿਹੜਾ ਪੰਜਾਬ ਦੀ ਸ਼ਾਨੋ ਸ਼ੌਕਤ, ਰੰਗਲਾ ਪੰਜਾਬ ਜਿਹੜਾ ਉਹ ਮੁੜ ਕੇ ਪੈਦਾ ਕਰ ਸਕੀਏ। ਔਰ ਖੇਤੀਬਾੜੀ ਇੱਕ ਐਸਾ ਇੱਕ ਖੇਤਰ ਹੈ ਜਿਹਦਾ ਹਿੰਦੁਸਤਾਨ ਦੀ ਸਾਰੀ ਜਿਹੜੀ ਇਕਨੋਮੀ ਹੈ ਉਹ ਖੇਤੀਬਾੜੀ 'ਤੇ ਨਿਰਭਰ ਕਰੇਗੀ ਔਰ ਖੇਤੀਬਾੜੀ ਦਾ ਜਿਹੜੀ ਕੰਟਰੀਬਿਊਸ਼ਨ ਆ ਉਹ ਬਹੁਤ ਵੱਡੀ ਇਸ ਪਾਸੇ ਸਾਬਤ ਹੋ ਸਕਦੀ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ। ਪੰਜਾਬ ਦੇ ਵਿੱਚ ਨਵੀਆਂ ਏਜੰਸੀਆਂ ਪੈਦਾ ਕੀਤੀਆਂ ਜਾ ਸਕਦੀਆਂ, ਨਵੀਂ ਆਪਣੇ ਟੈਕਨੋਲੋਜੀ, ਨਵੀਂ ਕੰਪਿਊਟਰਾਈਜੇਸ਼ਨ, ਔਰ ਜਿੱਥੇ ਕਿ ਕਿਸਾਨ ਜਿਹੜਾ ਹੈ ਸਿੰਪਲੀ ਇੱਕ ਕਣਕ ਚੁੱਕ ਕੇ ਮੰਡੀ ਵਿੱਚ ਵੇਚ ਆਉਂਦਾ, ਉਹਨੂੰ ਇੱਕ ਆਟੇ ਦੇ ਰੂਪ 'ਚ ਵੀ ਵੇਚ ਸਕਦਾ, ਉਹਨੂੰ ਪ੍ਰੋਸੈਸ ਕਰਕੇ ਕੁਛ ਹੋਰ ਬਣਾ ਕੇ ਵੇਚ ਸਕਦਾ। ਉਹ ਖੁਦ ਥੋੜ੍ਹੀ ਬਹੁਤੀ ਇੰਡਸਟਰੀ ਨੂੰ ਸੈੱਟ, ਕਿਉਂਕਿ ਇੱਧਰ ਮੈਂ ਦੇਖਦਾ ਕੈਨੇਡਾ ਦੇ ਵਿੱਚ ਜਦੋਂ ਲੋਕ ਬਹੁਤ ਸਾਰੇ ਜਿਹੜੇ ਫਾਰਮਰਸ ਨੇ ਉਹ ਚੀਜ਼ਾਂ ਪ੍ਰੋਸੈਸ ਕਰਕੇ ਉਹਨੂੰ ਕੁਛ ਨਾ ਕੁਛ ਸ਼ੇਪ ਚੇਂਜ ਕਰਕੇ ਵੇਚਦੇ ਨੇ। ਬਿਲਕੁਲ, ਤਾਂ ਕਿ ਉਹਦਾ ਰੇਟ ਵਧੀਆ ਤੇ ਚੰਗਾ ਮਿਲ ਸਕਦਾ। ਵੈਲਿਊ ਐਡੀਸ਼ਨ ਆ। ਸਾਡਾ ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਗਰਮ ਇਲਾਕਾ ਆ, ਸਿੱਲਾ ਇਲਾਕਾ ਆ,
ਉੱਥੇ ਇੱਕ ਵਾਰੀ ਜੇ ਜ਼ਿਮੀਂਦਾਰ ਨੇ ਆਲੂ ਪੈਦਾ ਕਰ ਲਏ ਜਾਂ ਗੋਭੀ ਪੈਦਾ ਕਰਤੀ, ਉਹ ਜੇ ਉਹਨੂੰ ਨਹੀਂ ਸੰਭਾਲਦੇ ਉਹ ਸੜਕਾਂ ਤੇ ਰੁਲਦੀ ਹੈ। ਲੇਕਿਨ ਜੇ ਆਪਾਂ ਉਹਦੀ ਪ੍ਰੋਸੈਸਿੰਗ ਦਾ ਬੰਦੋਬਸਤ ਕਰ ਲਈਏ, ਉੱਥੇ ਪ੍ਰੋਸੈਸਿੰਗ ਇੰਡਸਟਰੀ ਹੋਵੇ, ਉੱਥੇ ਕੋਲਡ ਚੇਨ ਹੋਵੇ, ਉੱਥੇ ਰੈਫਰੀਜਰੇਟਡ ਸਟੋਰੇਜ ਹੋਵੇ, ਤਾਂ ਅਸੀਂ ਉਹ ਚੀਜ਼ਾਂ ਨੂੰ ਸੰਭਾਲ ਸਕਦੇ ਹਾਂ। ਉਹਨਾਂ ਦੇ ਵਿੱਚ ਵੈਲਿਊ ਐਡੀਸ਼ਨ ਕਰਕੇ ਉਹ ਚੀਜ਼ਾਂ ਨੂੰ ਅਸੀਂ ਲਾਹੇਵੰਦ ਢੰਗ ਨਾਲ ਵੇਚ ਸਕਦੇ ਹਾਂ ਔਰ ਕਮਰਸ਼ੀਅਲ ਢੰਗ ਦੇ ਨਾਲ ਉਸ ਨੂੰ ਅੱਗੇ ਤੋਰ ਸਕਦੇ ਹਾਂ। ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜਾ ਆਲੂ ਆ, ਜੇ ਅਸੀਂ ਉਹਨੂੰ ਸੁੱਟ ਦਿੰਦੇ ਹਾਂ ਤਾਂ ਆਲੂ ਤੋਂ ਚਿਪਸ ਬਣਦਾ, ਆਲੂ ਤੋਂ ਫਰਾਈਜ਼ ਬਣਦੀਆਂ, ਉਹਨਾਂ ਨੂੰ ਫਰੋਜ਼ਨ ਫਰਾਈਜ਼ ਦੇ ਤੌਰ 'ਤੇ ਐਕਸਪੋਰਟ ਕੀਤਾ ਜਾ ਸਕਦਾ, ਬਹੁਤ ਕੁਝ ਕੀਤਾ ਜਾ ਸਕਦਾ। ਪਰ ਗੱਲ ਇਹ ਕਿ ਉਹਨੂੰ ਕਰਨ ਦੀ ਲੋੜ ਹੈ। ਜ਼ਿਮੀਂਦਾਰ ਕਿਸਾਨ ਜਿਹੜਾ ਖੁਦ ਵੀ ਸਮਝਦਾਰ ਹੋਵੇ, ਉਹਨੂੰ 20 ਲੱਖ ਦੇ ਟਰੈਕਟਰ ਦੀ ਲੋੜ ਜੇ ਨਹੀਂ ਹੈਗੀ, 15 ਲੱਖ ਦੇ ਟਰੈਕਟਰ ਦੀ ਲੋੜ ਨਹੀਂ ਹੈਗੀ, ਤਾਂ ਉਹ ਨਾ ਲਵੇ। ਛੋਟੀ ਖੇਤੀ ਆ ਤਾਂ ਉਹਨੂੰ ਉਸ ਹਿਸਾਬ ਨਾਲ ਚਲਾਵੇ। ਬਿਲਕੁਲ ਤੁਸੀਂ ਠੀਕ ਕਿਹਾ ਕਿ ਸਾਡੀ ਸੁਸਾਇਟੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ, ਇੱਕ ਜਿਹਨੂੰ ਸ਼ੋਅ ਆਫ ਕਲਚਰ ਕਹਿੰਦੇ ਆ। ਜੀ ਬਿਲਕੁਲ। ਹਰ ਦੇ ਕੋਲ ਕੱਪੜੇ ਸੋਹਣੇ ਹੋਣੇ ਚਾਹੀਦੇ, ਉਹਦੇ ਕੋਲ ਹਥਿਆਰ ਹੋਣਾ ਚਾਹੀਦਾ, ਉਹਦੇ ਕੋਲ ਘਰ ਉਹਦਾ ਇੱਕ ਪੈਲੇਸਨੁਮਾ ਘਰ ਹੋਣਾ ਚਾਹੀਦਾ, ਉਹਦੇ ਕੋਲ ਵਧੀਆ ਤੋਂ ਵਧੀਆ ਗੱਡੀ ਹੋਣੀ ਚਾਹੀਦੀ ਹੈ, ਉਹਦੇ ਕੋਲ ਟਰੈਕਟਰ ਹੋਣੇ ਚਾਹੀਦੇ। ਹੁਣ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਟਰੈਕਟਰ ਹੈਗੇ ਆ ਕਿ ਉਹਨਾਂ ਨੇ ਲੈਣਾ ਵੀ, ਗੁਆਂਢੀ ਨੇ ਲਿਆ ਤੇ ਮੈਂ ਵੀ ਲੈਣਾ ਟਰੈਕਟਰ। ਟਰੈਕਟਰ ਖੇਤਾਂ 'ਚ ਘੱਟ ਕੰਮ ਕਰਦਾ ਤੇ ਸੜਕਾਂ ਤੇ ਜ਼ਿਆਦਾ ਤੁਰਦਾ। ਆਮ ਤੌਰ ਤੇ ਕਿਹਾ ਜਾਂਦਾ ਕਿ 1000 ਘੰਟੇ ਸਾਲ ਦਾ ਟਰੈਕਟਰ ਕੰਮ ਕਰਨਾ ਚਾਹੀਦਾ, ਪਰ ਉਹ 200-250 ਘੰਟੇ ਹੀ ਕੰਮ ਕਰਦਾ। ਔਰ ਮੈਂ ਤਲਵੰਡੀ ਸਾਬੋ ਵਿੱਚ ਦੇਖਿਆ ਕਿ ਹਰ ਬੁੱਧਵਾਰ ਨੂੰ ਉੱਥੇ ਇੱਕ ਮੰਡੀ ਲੱਗਦੀ ਹੈ, ਟਰੈਕਟਰਾਂ ਦੀ ਮੰਡੀ। ਉਹ 'ਚ ਤੁਹਾਨੂੰ ਨਵੇਂ ਟਰੈਕਟਰ ਮਿਲਦੇ ਆ ਦੇਖਣ ਨੂੰ ਕਿ ਹੁਣ ਹੀ ਪਿਛਲੇ ਹਫ਼ਤੇ ਉਹਨਾਂ ਨੇ ਖਰੀਦਿਆ, ਹੁਣ ਵੇਚਣ ਤੇ ਲਾਤਾ। ਲੋਨ ਲੈ ਲੈਂਦੇ ਆ, ਟਰੈਕਟਰ ਖਰੀਦੇ, ਟਰੈਕਟਰ ਵੇਚ ਕੇ ਲੋਨ, ਜਿਹੜਾ ਅਨਪ੍ਰੋਡਕਟਿਵ ਕੰਮ ਆ, ਨੁਕਸਾਨ ਆਪਣਾ ਹੀ ਹੁੰਦਾ ਉਹਨਾਂ ਦਾ। ਫਿਰ ਕਸ਼ੀਦਗੀ ਡਿਵੈਲਪਮੈਂਟ ਹੁੰਦੀ ਹੈ, ਫਿਰ ਅਨਫੋਰਚੂਨੇਟ ਕਿੱਸੇ ਸੁਣਨ ਨੂੰ ਮਿਲਦੇ ਕਿ ਫਲਾਣੇ ਪਿੰਡ ਦੇ ਵਿੱਚ ਕਿਸਾਨ ਨੇ ਆਹ ਕੰਮ ਕਰ ਲਿਆ। ਤੇ ਲੇਕਿਨ ਬਹੁਤ ਦੁਖਦਾਈ ਮਾਹੌਲ ਹੈ ਔਰ ਇਸ ਪਾਸੇ ਕਾਉਂਸਲਿੰਗ ਕਰਨ ਦੀ ਲੋੜ ਹੈ। ਕਾਉਂਸਲਿੰਗ ਵੀ ਨਹੀਂ ਹੋ ਰਹੀ। ਸਰਕਾਰ ਨੂੰ ਚਾਹੀਦਾ ਕਿ ਸਾਡੀ ਇਸ ਕਸ਼ੀਦਗੀ ਨੂੰ ਘੱਟ ਕਰਨ ਲਈ ਕਾਉਂਸਲਿੰਗ ਜਿਹੜੇ ਆ ਉਹ ਸੈੱਲ ਸਥਾਪਿਤ ਕੀਤੇ ਜਾਣ ਔਰ ਫਾਰਮਰਸ ਦੀ ਜਿਹੜੀ ਕਾਉਂਸਲਿੰਗ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਸੋਚ ਨੂੰ ਇੱਕ ਸਹੀ ਦਿਸ਼ਾ ਵੱਲ ਨੂੰ ਮੋੜਿਆ ਜਾ ਸਕੇ। ਬਿਲਕੁਲ ਜੀ। ਐਂਡ ਡਾਕਟਰ ਸਾਹਿਬ, ਤੁਹਾਡਾ ਅੱਜ ਇਸ ਸਟੂਡੀਓ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਕੁਝ ਇੱਕ ਮੁੱਦੇ ਜਿਹੜੇ ਹੋਰ ਡਿਸਕਸ ਕੀਤੇ ਜਾਣਗੇ, ਜਿਵੇਂ ਕਿ ਪੰਜਾਬ ਦੇ ਵਿੱਚੋਂ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਵੱਲ ਮੁੱਖ ਮੋੜਨਾ, ਪੰਜਾਬ ਨੂੰ ਤੋਂ ਮੁੱਖ ਮੋੜਨਾ। ਔਰ ਉਹਦੇ ਨਾਲ ਨਾਲ ਅਸੀਂ ਇੱਕ ਮੁੱਦਾ ਬਹੁਤ ਦੇਖਿਆ ਕਿ ਜਿਵੇਂ ਦੁਨੀਆ ਦੇ ਵਿੱਚ ਬਿਲ ਗੇਟਸ ਵਰਗੇ ਲੋਕ ਕਿਸਾਨ ਬਣ ਗਏ। ਅਮਰੀਕਾ ਦਾ ਸਭ ਤੋਂ ਵੱਡਾ ਕਿਸਾਨ ਜਿਹੜਾ ਬਿਲ ਗੇਟਸ ਹੈ। ਆਪਾਂ ਇਹਨਾਂ ਮੁੱਦਿਆਂ 'ਤੇ ਗੱਲਬਾਤ ਕਰਾਂਗੇ, ਤੁਹਾਡੇ ਤੋਂ ਜਾਣਕਾਰੀ ਲਵਾਂਗੇ ਕਿ ਇਹ ਸਾਰਾ ਕੁਛ ਦੇ ਨੁਕਸਾਨ ਤੇ ਫਾਇਦੇ ਕੀ ਨੇ। ਤੁਹਾਡਾ ਅੱਜ ਦੇ ਸਟੂਡੀਓ 'ਚ ਸਾਨੂੰ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਮੁੱਦੇ ਹੈ, ਬੜੇ ਗੰਭੀਰ ਮਸਲੇ ਹੈ, ਬਹੁਤ ਵਿਚਾਰ ਚਰਚਾ ਦੀ ਲੋੜ ਹੈ। ਬਿਲਕੁਲ। ਲੇਕਿਨ ਮੈਂ ਇਹ ਸਮਝਦਾ ਕਿ ਅਜੇ ਵੀ ਉੱਤਮ ਖੇਤੀ ਮੱਧ ਵਪਾਰ, ਭੀਖ ਚਾਕਰੀ ਭੀਖ ਨਦਾਰ, ਤੇ ਇਹ ਜਿਹੜਾ ਹੈ ਇਹ ਬਾਬੇ ਨਾਨਕ ਨੇ ਜਿਹੜੀ ਗੱਲ ਕਹੀ ਹੈ ਕਿ ਖੇਤੀ ਨੂੰ ਉੱਤਮਤਾ ਵਾਸਤੇ ਆਪਾਂ ਨੂੰ ਯਤਨਸ਼ੀਲ ਕਰਨਾ ਪੈਣਾ, ਹੋਣਾ ਪੈਣਾ। ਔਰ ਇਹ ਚਲੰਤ ਵਿਸ਼ਾ ਬਹੁਤ ਮਹੱਤਵਪੂਰਨ ਹੈ ਔਰ ਤੁਸੀਂ ਇਸ ਵਿਸ਼ੇ ਨੂੰ ਇਸ ਗੱਲਬਾਤ ਵਿੱਚ ਸ਼ਾਮਲ ਕੀਤਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸੋ ਮਚ ਜੀ। ਥੈਂਕ ਯੂ ਜੀ।